हाँ जी स्टूडेंट्स, ਉਹ ਸ਼ਾਇਦ ਨਾ ਉਹਦੇ 'ਚ ਥੋੜੀ ਪ੍ਰੋਬਲਮ ਸੀ। ਪੁਰਾਣੀ ਫਾਈਲ ਜਿਹੜੀ ਮੈਂ ਬਣਾ ਰਿਹਾ ਸੀ, ਹਨਾ। ਆਪਾਂ ਗੱਲ ਕਰ ਰਹੇ ਸੀ ਬਲ ਬਾਰੇ, ਤਾਂ ਇੱਥੋਂ ਆਪਾਂ ਸਟਾਰਟ ਕਰਦੇ ਹਾਂ। ਬਲ ਆਪਣੇ ਕੋਲ ਜਿਹੜਾ ਹੈ ਉਹ ਫੋਰਸ, ਠੀਕ ਹੈ ਕੀ ਚੀਜ਼ ਵੀ ਆਪਾਂ ਕਿਸੇ ਨੂੰ ਪੁਸ਼ ਕਰਦੇ ਹਾਂ ਜਾਂ ਪੁੱਲ ਕਰਦੇ ਹਾਂ। ਪੁਸ਼ ਪੁੱਲ ਦਾ ਮਤਲਬ ਕੀ ਹੁੰਦਾ, ਪੰਜਾਬੀ 'ਚ ਆਪਾਂ ਕੀ ਬੋਲਦੇ ਸੀ ਵੀ ਆਪਾਂ ਕਿਸੇ ਨੂੰ ਧੱਕਦੇ ਹਾਂ, ਖਿੱਚਦੇ ਹਾਂ, ਉਹ ਆਪਣਾ ਕੀ ਹੈ, ਫੋਰਸ ਹੈ। ਆਪਾਂ ਉਦੋਂ ਫੋਰਸ ਲਾ ਰਹੇ ਹਾਂ। ਐਗਜ਼ਾਮਪਲਸ ਹੈ, ਦੇਰ ਆਰ ਸੋ ਮੈਨੀ ਐਗਜ਼ਾਮਪਲਸ ਫੋਰਸ ਦੀਆਂ। ਤੁਸੀਂ ਕਿਸੇ ਖਿੜਕੀ ਨੂੰ ਖੋਲ੍ਹਦੇ ਹੋ, ਹੈ ਨਾ, ਕਿਸੇ ਡੋਰ ਨੂੰ ਆਪਾਂ ਬੰਦ ਕਰਦੇ ਹਾਂ, ਹੈ ਨਾ। ਆਪਾਂ ਕੋਈ ਚੇਅਰ ਹੈ ਉਹਨੂੰ ਆਪਦੇ ਵੱਲ ਖਿੱਚਦੇ ਹਾਂ ਜਾਂ ਧੱਕਦੇ ਹਾਂ, ਤਾਂ ਉਦੋਂ ਆਪਾਂ ਸਾਰੀਆਂ ਥਾਵਾਂ 'ਤੇ ਕੀ ਲਗਾ ਰਹੇ ਹਾਂ, ਫੋਰਸ ਲਗਾ ਰਹੇ ਹਾਂ। ਫੋਰਸ ਦਾ ਮਤਲਬ ਬਲ ਆਪਾਂ ਯੂਜ਼ ਕਰਦੇ ਪਏ ਹਾਂ। ਹੁਣ ਇਹਦੇ ਨਾਲ ਹੋਏਗਾ ਕਿ ਬਲ ਕੀ ਚੀਜ਼ ਕਰਦਾ ਹੈ। ਦੇਖੋ ਫੋਰ ਐਗਜ਼ਾਮਪਲ ਜਿਵੇਂ ਇੱਥੇ ਆਪਾਂ ਸ਼ੋਅ ਕੀਤਾ ਹੈ ਕਿ ਹੇਅਰ ਆ ਆਪਣੀ ਇੱਕ ਬੋਡੀ ਹੈ, ਠੀਕ ਹੈ, ਦਿਸ ਇਜ਼ ਯੋਰ ਬੋਡੀ। ਇਹਨੂੰ ਮੈਂ ਥੋੜਾ ਤੁਹਾਨੂੰ ਇੱਥੇ ਸ਼ੋਅ ਕਰਕੇ ਦਿਖਾਣਾ ਕਿ ਦਿਸ ਇਜ਼ ਅਵਰ ਬੋਡੀ, ਠੀਕ ਹੈ, ਆ ਵਾਲੀ, ਠੀਕ ਹੈ। ਇਸ ਬੋਡੀ ਵਿੱਚ ਕੀ ਹੈ, ਅਸੀਂ ਕੀ ਕਰ ਰਹੇ ਹਾਂ ਕਿ ਇੱਕ ਫੋਰਸ ਲਗਾਈ, ਠੀਕ ਹੈ। ਉਹਨੂੰ ਅਸੀਂ ਬੋਲਾਂਗੇ, ਮੰਨ ਲਓ ਇਹ ਜਿਹੜੀ ਫੋਰਸ ਹੈ, ਦਿਸ ਫੋਰਸ ਇਜ਼ ਆਫ ਸਪੋਜ਼, ਜਸਟ ਹੋਲਡ ਔਨ। ਆ ਇੱਕ ਫੋਰਸ ਆਪਾਂ ਲਗਾ ਰਹੇ ਹਾਂ, ਠੀਕ ਹੈ, ਲੈਫਟ ਟੂ ਰਾਈਟ। ਇਹਨੂੰ ਵੀ ਆਪਾਂ ਇੱਕ ਵਾਰੀ ਜੇ ਡੈਲ ਕਰ ਦਈਏ ਤਾਂ ਇਟ ਵਿਲ ਬੀ ਬੈਟਰ, ਆਪਾਂ ਨੂੰ ਅੱਛੀ ਤਰ੍ਹਾਂ ਸਮਝ ਆ ਜਾਏਗਾ। ਚਲੋ ਲੀਵ ਦਿਸ। ਅਸੀਂ ਮੰਨ ਲਓ ਆ ਇੱਕ ਬੋਡੀ ਹੈ, ਉਨ 'ਤੇ ਫੋਰਸ ਲਗਾ ਰਹੇ ਹਾਂ, ਹੈ ਨਾ। ਫੋਰਸ ਲਾਉਣ ਨਾਲ ਉਸ ਬੋਡੀ ਦੇ ਉੱਪਰ ਕੀ ਇਫੈਕਟ ਆਉਣਗੇ, ਕੀ ਹੋਏਗਾ। ਤਾਂ ਫਸਟ ਆਫ ਆਲ ਪਹਿਲੀ ਚੀਜ਼ ਹੈ ਕਿ ਇਟ ਕੈਨ ਚੇਂਜ ਦਾ ਸਟੇਟ ਆਫ ਦਾ ਬੋਡੀ। ਇਹਦੇ ਨਾਲ ਇਹਦੀ ਸਟੇਟ ਚੇਂਜ ਹੋ ਸਕਦੀ ਹੈ। ਸਟੇਟ ਫੋਰ ਐਗਜ਼ਾਮਪਲ ਕੀ ਹੈ, ਸਟੇਟ ਕੀ ਚੀਜ਼ ਹੈ, ਦੋ ਸਟੇਟਸ ਵਿੱਚ ਬੋਡੀਜ਼ ਹੋ ਸਕਦੀਆਂ। ਤੁਸੀਂ ਆਪਣੇ ਆਸੇ-ਪਾਸੇ ਦੇਖੋ ਰੂਮ ਵਿੱਚ, ਤੁਹਾਨੂੰ ਦਿਖਣਗੀਆਂ ਜਾਂ ਤਾਂ ਬੋਡੀਜ਼ ਇਨ ਦਾ ਸਟੇਟ ਆਫ ਰੈਸਟ ਜਾਂ ਫਿਰ ਬੋਡੀਜ਼ ਇਨ ਦਾ ਸਟੇਟ ਆਫ ਮੋਸ਼ਨ। ਉੱਪਰ ਫੈਨ ਚੱਲ ਰਿਹਾ, ਦੈਟ ਇਜ਼ ਇਨ ਦਾ ਸਟੇਟ ਆਫ ਮੋਸ਼ਨ। ਜੇ ਕੂਲਰ ਚੱਲ ਰਿਹਾ, ਦੈਟ ਇਜ਼ ਇਨ ਦਾ ਸਟੇਟ ਆਫ ਮੋਸ਼ਨ। ਜੇ ਕੋਈ ਤੁਹਾਡਾ ਬ੍ਰਦਰ ਜਾਂ ਸਿਸਟਰ ਇੱਥੇ ਚੱਲ ਰਿਹਾ ਹੈ ਰੂਮ ਵਿੱਚ, ਇੱਧਰ ਉੱਧਰ ਜਾ ਰਿਹਾ, ਤਾਂ ਹੀ ਔਰ ਸ਼ੀ ਇਜ਼ ਇਨ ਦਾ ਸਟੇਟ ਆਫ ਮੋਸ਼ਨ, ਠੀਕ ਹੈ। ਰੈਸਟ ਵਿੱਚ ਕੀ ਹੈ, ਸਾਹਮਣੇ ਚੇਅਰ ਪਈ ਹੈ, ਉਹ ਰੈਸਟ ਵਿੱਚ ਹੈ, ਠੀਕ ਹੈ। ਤੁਹਾਡਾ ਪੂਰਾ ਰੂਮ ਰੈਸਟ ਵਿੱਚ ਹੈ, ਠੀਕ ਹੈ। ਤੁਹਾਡਾ ਪੈਨ ਪਿਆ ਸਾਹਮਣੇ ਤੁਹਾਡੇ ਕੋਲ, ਉਹ ਰੈਸਟ ਦੀ ਫੋਰਮ ਵਿੱਚ ਹੈ, ਠੀਕ ਹੈ। ਤਾਂ ਇਨ ਦਿਸ ਵੇ, ਤਾਂ ਹੁਣ ਆਪਾਂ ਫੋਰਸ ਲਾ ਕੇ ਕੀ ਕਰ ਸਕਦੇ ਹਾਂ, ਆਪਾਂ ਰੈਸਟ ਵਾਲੀ ਚੀਜ਼ ਨੂੰ ਮੋਸ਼ਨ 'ਚ ਲਿਆ ਸਕਦੇ ਹਾਂ। ਚੇਅਰ ਪਈ ਹੈ ਨਾ, ਤੁਸੀਂ ਉਹਨੂੰ ਫੋਰਸ ਲਗਾਓ, ਪੁਸ਼ ਕਰੋ ਜਾਂ ਪੁੱਲ ਕਰੋ, ਕੀ ਹੋਏਗਾ, ਤਾਂ ਉਹ ਬੋਡੀ ਸਾਡੀ ਕਿੱਦਾਂ ਦੀ ਸਟੇਟ 'ਚ ਆ ਜਾਏਗੀ, ਦੈਟ ਵਿਲ ਬੀ ਇਨ ਦਾ ਸਟੇਟ ਆਫ ਮੋਸ਼ਨ। ਉਹ ਮੋਸ਼ਨ ਦੀ ਸਟੇਟ 'ਚ ਆ ਜਾਏਗੀ। ਸਿਮਿਲਰਲੀ ਆਪਾਂ ਕਿਸੇ ਕੋਈ ਡੋਰ ਹੈ ਉਹਨੂੰ ਪੁਸ਼ ਕਰਦੇ ਹਾਂ, ਪੁੱਲ ਕਰਦੇ ਹਾਂ, ਤਾਂ ਉਦੋਂ ਉਹ ਡੋਰ ਵੀ ਸਾਡਾ ਕਿੱਦਾਂ ਦੀ ਸਟੇਟ 'ਚ ਆ ਜਾਏਗਾ, ਕਿੱਦਾਂ ਦੀ ਸਟੇਟ 'ਚ ਆ ਜਾਏਗਾ, ਰੈਸਟ ਤੋਂ ਮੋਸ਼ਨ ਵਿੱਚ ਆ ਜਾਏਗਾ। ਔਰ ਦੂਸਰਾ ਹੈ, ਜੇਕਰ ਬੋਡੀ ਪਹਿਲੇ ਹੀ ਮੋਸ਼ਨ 'ਚ ਹੈ, ਜੇਕਰ ਬੋਡੀ ਸਾਡੀ ਕਿਵੇਂ ਹੈ, ਪਹਿਲੇ ਹੀ ਮੋਸ਼ਨ 'ਚ ਹੈ, ਜਿਵੇਂ ਇੱਥੇ ਅਸੀਂ ਸ਼ੋਅ ਕੀਤਾ ਆ ਵਾਲੀ ਚੀਜ਼ ਵੀ ਜੇਕਰ ਬੋਡੀ ਸਾਡੇ ਕੋਲ ਪਹਿਲੇ ਹੀ ਮੋਸ਼ਨ 'ਚ ਹੈ, ਤਾਂ ਉਹ ਬੋਡੀ ਕਿੱਦਾਂ ਦੀ ਸਟੇਟ ਵਿੱਚ ਆ ਜਾਊਗੀ, ਰੈਸਟ ਦੀ ਫੋਰਮ ਵਿੱਚ ਆ ਸਕਦੀ ਹੈ। ਫੋਰ ਐਗਜ਼ਾਮਪਲ ਅਸੀਂ ਕ੍ਰਿਕਟ ਖੇਡਦੇ ਹਾਂ, ਤਾਂ ਇੱਕ ਬੋਲ ਆ ਰਹੀ ਹੈ ਸਾਡੇ ਵੱਲ, ਅਸੀਂ ਉਹਨੂੰ ਹੱਥ ਨਾਲ ਐ ਜ਼ੋਰ ਦੀ ਪਕੜ ਲੈਂਦੇ ਹਾਂ, ਤਾਂ ਅਸੀਂ ਉਹਨ 'ਤੇ ਫੋਰਸ ਲਾਈ, ਉਸ ਬੋਡੀ ਦੇ ਉੱਤੇ, ਉਸ ਬੋਲ ਦੇ ਉੱਤੇ ਅਸੀਂ ਫੋਰਸ ਲਾਈ। ਫੋਰਸ ਲਾਉਣ ਨਾਲ ਉਹ ਬੋਡੀ ਕਿੱਦਾਂ ਦੀ ਫੋਰਮ 'ਚ ਆ ਗਈ, ਸਟੇਟ ਆਫ ਰੈਸਟ ਵਿੱਚ ਆ ਗਈ। ਪਹਿਲੇ ਕਿੱਦਾਂ ਦੀ ਫੋਰਮ ਵਿੱਚ ਸੀਗੀ, ਮੋਸ਼ਨ 'ਚ ਸੀ, ਠੀਕ ਹੈ। ਐਵੇਂ ਮੰਨ ਲਓ ਇੱਕ ਫਰੈਂਡ ਹੈ ਤੁਹਾਡੀ, ਉਹ ਸਾਈਕਲ ਚਲਾ ਰਹੀ ਹੈ, ਸਾਈਕਲ ਚਲਾ ਰਹੀ ਹੈ, ਤਾਂ ਸ਼ੀ ਇਜ਼ ਮੂਵਿੰਗ, ਉਹ ਪਹਿਲੇ ਮੋਸ਼ਨ ਦੀ ਫੋਰਮ ਵਿੱਚ ਹੈ। ਤੁਸੀਂ ਉਹ ਸਾਈਕਲ ਨੂੰ ਪਕੜ ਕੇ ਪਿੱਛੇ ਨੂੰ ਖਿੱਚਣਾ ਸ਼ੁਰੂ ਕਰ ਦਿੰਦੇ ਹੋ, ਰਿਵਰਸ ਆਰਡਰ 'ਚ ਪਿੱਛੇ ਨੂੰ ਖਿੱਚ ਰਹੇ ਹੋ, ਆਪੋਜ਼ਿਟ ਡਾਇਰੈਕਸ਼ਨ 'ਚ, ਠੀਕ ਹੈ। ਤਾਂ ਉਦੋਂ ਕੀ ਹੋਏਗਾ, ਉਹ ਸਾਈਕਲ ਹੌਲੀ ਹੌਲੀ ਰੁਕ ਜਾਏਗਾ। ਤਾਂ ਉਹ ਬੋਡੀ ਸਾਡੀ ਕਿੱਦਾਂ ਦੀ ਸਟੇਟ 'ਚ ਆ ਗਈ, ਮੋਸ਼ਨ ਤੋਂ ਰੈਸਟ ਵਿੱਚ ਆ ਗਈ। ਇਹਦਾ ਮਤਲਬ ਪਹਿਲੀ ਗੱਲ, ਫੋਰਸ ਕੀ ਕਰ ਸਕਦੀ ਹੈ, ਫੋਰਸ ਸਟੇਟ ਨੂੰ ਚੇਂਜ ਕਰ ਸਕਦੀ ਹੈ। ਪਹਿਲੀ ਚੀਜ਼ ਆਹੀ ਗੱਲ ਲਿਖੀ ਹੈ ਇੱਥੇ ਕਿ ਫੋਰਸ ਕੈਨ ਚੇਂਜ ਦਾ ਸਟੇਟ, ਠੀਕ ਹੈ। ਦੂਸਰੀ ਚੀਜ਼ ਹੈ, ਫੋਰਸ ਸ਼ੇਪ ਨੂੰ ਚੇਂਜ ਕਰ ਸਕਦੀ ਹੈ। ਇਹ ਵੀ ਫੋਰਸ ਦਾ ਇਫੈਕਟ ਹੈ। ਸ਼ੇਪ ਕਿਵੇਂ ਚੇਂਜ ਹੋ ਸਕਦੀ ਹੈ, ਫੋਰ ਐਗਜ਼ਾਮਪਲ ਤੁਹਾਨੂੰ ਪਤਾ ਹੈ ਵੀ ਤੁਸੀਂ ਸਪੰਜ ਯੂਜ਼ ਕੀਤਾ ਹੈ ਕਦੇ, ਹੈ ਨਾ। ਸਪੰਜ ਹੁੰਦਾ ਹੈ, ਉਹਨੂੰ ਆਪਾਂ ਜਦੋਂ ਇਹ ਪਕੜਦੇ ਹਾਂ ਤਾਂ ਪੋਲਾ ਜਿਹਾ ਹੁੰਦਾ ਹੈ, ਤੇ ਜਦੋਂ ਆਪਾਂ ਫੋਰਸ ਲਾਉਂਦੇ ਹਾਂ, ਬਲ ਲਾਉਂਦੇ ਹਾਂ, ਤਾਂ ਉਹਦੀ ਸ਼ੇਪ ਚੇਂਜ ਹੋ ਸਕਦੀ ਹੈ। ਸੈਕਿੰਡ ਐਗਜ਼ਾਮਪਲ, ਤੁਸੀਂ ਰਬਰ ਬੈਂਡ ਸਾਰੇ ਯੂਜ਼ ਕਰਦੇ ਹੋਗੇ, ਹੈ ਨਾ, ਕਿਤੇ ਨਾ ਕਿਤੇ ਆਪਾਂ ਰਬੜ ਬੈਂਡ ਨੂੰ ਯੂਜ਼ ਕਰਦੇ ਹਾਂ। ਰਬੜ ਬੈਂਡ ਜਿਹੜਾ ਯੂਜ਼ ਕਰਦੇ ਹਾਂ, ਉਹਨੂੰ ਜਦੋਂ ਅਸੀਂ ਖਿੱਚਦੇ ਹਾਂ ਤਾਂ ਉਹਦੀ ਸ਼ੇਪ ਚੇਂਜ ਹੋ ਸਕਦੀ ਹੈ। ਕੀ ਲਗਾਇਆ ਅਸੀਂ, ਫੋਰਸ ਲਾਇਆ, ਬਲ ਲਗਾਇਆ, ਤਾਂ ਉਹਦੀ ਸ਼ੇਪ ਚੇਂਜ ਹੋ ਗਈ, ਠੀਕ ਹੈ। ਐਵੇਂ ਬੈਲੂਨ ਹੈ, ਉਹਦੇ 'ਚ ਹਵਾ ਹੈ, ਅਸੀਂ ਉਹਨੂੰ ਨੱਪੀਏ ਤਾਂ ਅਸੀਂ ਉਹਦੀ ਵੀ ਡਾਇਰੈਕਸ਼ਨ ਨੂੰ ਫੋਰਸ ਲਗਾ ਕੇ ਉਹਦੀ ਸ਼ੇਪ ਨੂੰ ਅਸੀਂ ਚੇਂਜ ਕਰ ਸਕਦੇ ਹਾਂ। ਇਨ ਦਿਸ ਵੇ ਫੋਰਸ ਕੈਨ ਚੇਂਜ ਦਾ ਸ਼ੇਪ ਆਫ ਬੋਡੀਜ਼। ਫੋਰਸ ਕੀ ਕਰ ਸਕਦੀ ਹੈ, ਸ਼ੇਪ ਨੂੰ ਚੇਂਜ ਕਰ ਸਕਦੀ ਹੈ, ਠੀਕ ਹੈ। ਔਰ ਉਸ ਤੋਂ ਬਾਅਦ ਨੈਕਸਟ ਥਰਡ ਚੀਜ਼ ਕੀ ਹੋ ਸਕਦੀ ਹੈ, ਫੋਰਸ ਨਾਲ ਥਰਡ ਚੀਜ਼ ਹੋ ਸਕਦੀ ਹੈ,
force can change the direction of motion of a body. force ਕਿਸੇ ਬੋਡੀ ਦੀ ਮੋਸ਼ਨ ਦੀ ਡਾਇਰੈਕਸ਼ਨ ਨੂੰ ਚੇਂਜ ਕਰ ਸਕਦੀ ਹੈ ਬੇਟਾ। ਠੀਕ ਹੈ, ਕਿਵੇਂ ਵੀ ਮੰਨ ਲਓ ਇੱਕ ਬੋਡੀ ਹੈ ਮੂਵ ਕਰਦੀ ਪਈ ਹੈ ਨਾ, ਜਿਵੇਂ ਫੋਰ ਐਗਜ਼ਾਮਪਲ ਆਪਾਂ ਇੱਕ ਐਗਜ਼ਾਮਪਲ ਲੈਂਦੇ, ਕ੍ਰਿਕਟ ਖੇਲਦੇ ਹਾਂ ਆਪਾਂ, ਜਾਂ ਦੇਖਿਆ ਹੋਊਗਾ ਤੁਸੀਂ ਕ੍ਰਿਕਟ ਖੇਲਦੇ ਆ, ਜਿਹੜਾ ਬੋਲਰ ਹੈ ਉਹ ਬੈਟਸਮੈਨ ਵੱਲ ਬੋਲ ਸੁੱਟਦਾ ਹੈ ਤਾਂ ਬੈਟਸਮੈਨ ਉਹਨੂੰ ਬੈਟ ਨਾਲ ਫੋਰਸ ਲਾ ਕੇ ਉਹਦੀ ਡਾਇਰੈਕਸ਼ਨ ਨੂੰ ਚੇਂਜ ਕਰ ਸਕਦਾ ਹੈ। ਉਹ ਡਾਇਰੈਕਸ਼ਨ ਕਿਸੇ ਹੋਰ ਡਾਇਰੈਕਸ਼ਨ 'ਚ ਬੋਲ ਜਾਂਦੀ ਰਹਿੰਦੀ ਹੈ, ਮਤਲਬ ਉਦੋਂ ਆਪਾਂ ਕੀ ਕਰ ਰਹੇ ਹਾਂ, ਡਾਇਰੈਕਸ਼ਨ ਉਹਦੀ ਚੇਂਜ ਹੋ ਰਹੀ ਹੈ। ਕੀ ਲਗਾਇਆ, ਫੋਰਸ ਲਗਾਇਆ। ਤਾਂ ਫੋਰਸ ਨਾਓ ਇਫੈਕਟਸ ਆਫ ਫੋਰਸ ਦੀ ਗੱਲ ਕਰੀਏ ਤਾਂ ਤਿੰਨ ਹੈ। ਪਹਿਲੀ ਚੀਜ਼, ਇਟ ਕੈਨ ਚੇਂਜ ਦਾ ਸਟੇਟ ਆਫ ਬੋਡੀ। ਦੂਸਰਾ, ਇਟ ਕੈਨ ਚੇਂਜ ਦਾ ਸ਼ੇਪ ਆਫ ਦਾ ਬੋਡੀ। ਤੀਸਰਾ, ਇਟ ਕੈਨ ਚੇਂਜ ਦਾ ਡਾਇਰੈਕਸ਼ਨ ਆਫ ਦਾ ਮੋਸ਼ਨ ਆਫ ਦਾ ਬੋਡੀ। ਕਲੀਅਰ ਹੈ? ਇੱਥੋਂ ਤੱਕ ਗੱਲ ਕਲੀਅਰ ਹੋ ਗਈ। ਪਹਿਲਾ A ਪੁਆਇੰਟ ਗੱਲ ਕਲੀਅਰ ਹੋ ਗਿਆ। ਦੂਸਰੀ ਗੱਲ, ਜਿਹੜਾ B ਪੁਆਇੰਟ ਵਿੱਚ ਕੀ ਲਿਖਿਆ ਕਿ ਫੋਰਸ ਇਜ਼ ਆਲਸੋ ਡਿਫਾਈਨਡ ਐਜ਼, ਫੋਰਸ ਅਸੀਂ ਬੋਲਦੇ ਹਾਂ ਫੋਰਸ ਕੀ ਚੀਜ਼ ਹੈ ਕਿ ਫੋਰਸ ਕੈਨ ਆਲਸੋ ਡਿਫਾਈਨਡ ਐਜ਼ ਦਾ ਇੰਟਰੈਕਸ਼ਨ ਬਿਟਵੀਨ ਦਾ ਟੂ ਬੋਡੀਜ਼। ਜਿਹੜਾ ਮੈਂ ਅੰਡਰਲਾਈਨ ਕੀਤਾ ਬਲੂ ਨਾਲ, ਇੰਟਰੈਕਸ਼ਨ ਬਿਟਵੀਨ ਦਾ ਟੂ ਬੋਡੀਜ਼। ਦੋ ਬੋਡੀਜ਼ ਵਿੱਚ ਇੰਟਰੈਕਸ਼ਨ ਹੈ। ਫੋਰਸ ਦਾ ਮਤਲਬ ਕੀ ਹੈ, ਦੋ ਬੋਡੀਜ਼ ਇੱਕ ਦੂਜੇ ਨਾਲ ਇੰਟਰੈਕਟ ਕਰਦੀਆਂ ਪਈਆਂ। ਜਿਵੇਂ ਤੁਸੀਂ ਚੇਅਰ ਨੂੰ ਪੁਸ਼ ਕੀਤਾ ਸੀ ਜਾਂ ਪੁੱਲ ਕੀਤਾ ਸੀ, ਤੁਸੀਂ ਉਹਨੂੰ ਹੱਥ ਲਾਇਆ ਚੇਅਰ ਨੂੰ, ਹੈ ਨਾ, ਹੱਥ ਨਾਲ ਆਪਾਂ ਉਹਨੂੰ ਪੁਸ਼ ਕੀਤਾ ਜਾਂ ਪੁੱਲ ਕੀਤਾ। ਡੋਰ ਨੂੰ ਖੋਲ੍ਹਿਆ, ਉਹਦੇ ਹੈਂਡਲ ਨੂੰ, ਨੋਬ ਨੂੰ ਪਕੜ ਕੇ ਅਸੀਂ ਖਿੱਚਿਆ ਜਾਂ ਧੱਕਿਆ, ਉਦੋਂ ਅਸੀਂ ਉਹਦੇ ਫਿਜ਼ੀਕਲੀ ਅਸੀਂ ਉਹਦੇ ਕੰਟੈਕਟ ਵਿੱਚ ਸੀਗੇ ਉਸ ਬੋਡੀ ਦੇ ਨਾਲ। ਠੀਕ ਹੈ, ਤਾਂ ਉਹਨਾਂ ਦੋ ਬੋਡੀਜ਼ ਵਿੱਚ ਇੰਟਰੈਕਸ਼ਨ ਹੋ ਰਹੀ ਸੀ ਔਰ ਅਸੀਂ ਫਿਜ਼ੀਕਲ ਕੰਟੈਕਟ ਵਿੱਚ ਸੀਗੇ ਜਦੋਂ ਅਸੀਂ ਫੋਰਸ ਲਾ ਰਹੇ ਸੀ। ਕਲੀਅਰ ਹੈ? ਪਰ ਹਰ ਵਕਤ ਐਸਾ ਨਹੀਂ ਹੁੰਦਾ ਬੇਟਾ, ਹਰ ਵਾਰੀ ਐ ਨਹੀਂ ਹੁੰਦਾ ਵੀ ਜਿਹੜੀਆਂ ਦੋ ਬੋਡੀਜ਼ ਆ ਫਿਜ਼ੀਕਲ ਕੰਟੈਕਟ ਵਿੱਚ ਹੋਣਗੀਆਂ ਤਾਂ ਹੀ ਫੋਰਸ ਲੱਗੂਗੀ। ਕਈ ਵਾਰੀ ਇੱਦਾਂ ਵੀ ਹੁੰਦਾ, ਫੋਰਸ ਲੱਗਦੀ ਹੈ ਪਰ ਬੋਡੀਜ਼ ਫਿਜ਼ੀਕਲ ਕੰਟੈਕਟ ਵਿੱਚ ਨਹੀਂ ਵੀ ਹੁੰਦੀਆਂ। ਫੋਰ ਐਗਜ਼ਾਮਪਲ, ਤੁਸੀਂ ਮੈਗਨੇਟ ਦੇਖਿਆ? ਹੈਵ ਯੂ ਸੀਨ ਏ ਮੈਗਨੇਟ? ਇੱਥੇ ਮੈਂ ਤੁਹਾਨੂੰ ਦੱਸਦਾ, ਹੈ ਨਾ, ਆਪਾਂ ਇੱਕ ਇੱਥੇ ਲਈਏ ਤਾਂ ਇੱਕ ਮੈਗਨੇਟ ਹੈ ਨਾ, ਜਿਹਦੇ 'ਚ ਨੌਰਥ ਸਾਊਥ ਪੋਲਸ ਹੁੰਦੇ ਆ। ਤੁਸੀਂ ਕਿਤੇ ਨਾ ਕਿਤੇ ਇਹਨੂੰ ਜ਼ਰੂਰ ਪੜ੍ਹਿਆ ਹੋਊਗਾ, ਮੈਗਨੇਟ ਬਾਰੇ ਪੜ੍ਹਿਆ ਸੀ, ਕਿਤੇ ਦੇਖਿਆ ਹੋਊਗਾ, ਮੈਗਨੇਟ ਨੂੰ ਯੂਜ਼ ਕੀਤਾ ਹੋਊਗਾ ਕਦੇ। ਤਾਂ ਮੈਗਨੇਟ ਕੀ ਕਰਦਾ ਹੈ, ਉਹ ਐਗਜ਼ਰਟ ਕਰ ਸਕਦਾ ਹੈ, ਫੋਰਸ ਲਾ ਸਕਦਾ ਹੈ ਕਿਸੇ ਦੂਸਰੀ ਬੋਡੀ ਦੇ ਉੱਤੇ। ਕਿੰਦੇ ਤੇ ਮੈਗਨੇਟ ਫੋਰਸ ਲਾਊਗਾ? ਆਇਰਨ ਦੇ ਉੱਤੇ। ਆਇਰਨ ਦੀ ਛੋਟੀ ਛੋਟੀ ਤੁਸੀਂ ਸੂਈ ਪਿੰਸ ਲੈ ਲਓ, ਇਹਨੂੰ ਨੇੜੇ ਲੈ ਕੇ ਜਾਓ, ਇਹ ਦੂਰੋਂ ਹੀ ਖਿੱਚ ਲਓ ਉਹਨਾਂ ਨੂੰ। ਤੁਸੀਂ ਇਹਨੂੰ ਟੱਚ ਨਹੀਂ ਕੀਤਾ, ਦੂਰੋਂ ਹੀ ਖਿੱਚ ਲਿਆ, ਮਤਲਬ ਫੋਰਸ ਲੱਗੀ, ਮੈਗਨੇਟ ਨੇ ਉਹਨੂੰ ਦੂਰੋਂ ਹੀ ਅਟਰੈਕਟ ਕਰ ਲਿਆ, ਫੋਰਸ ਲੱਗੀ, ਪਰੰਤੂ ਬੋਡੀਜ਼ ਫਿਜ਼ੀਕਲ ਕੰਟੈਕਟ ਵਿੱਚ ਨਹੀਂ ਹੈਗੀਆਂ ਸੀ। ਕੌਣ? ਮੈਗਨੇਟ ਤੇ ਨੇਲਸ, ਤੁਹਾਡੀਆਂ ਛੋਟੀਆਂ ਜਿਹੜੀਆਂ ਸੂਈ ਪਿੰਨ ਹੈ, ਉਹ ਫਿਜ਼ੀਕਲ ਕੰਟੈਕਟ ਵਿੱਚ ਇੱਕ ਦੂਜੇ ਦੇ ਨਾਲ ਨਹੀਂ ਜੁੜੀਆਂ ਹੋਈਆਂ ਸੀ, ਪਹਿਲੇ ਦੂਰ ਪਈਆਂ ਸੀ, ਪਰੰਤੂ ਫੋਰਸ ਫਿਰ ਵੀ ਲੱਗੀ। ਤਾਂ ਅਸੀਂ ਇੱਥੇ ਜਿਹੜਾ ਮੈਂ ਯੈਲੋ ਨਾਲ ਕੀਤਾ ਹੋਇਆ, ਇਹਦਾ ਆਹੀ ਮਤਲਬ ਹੈ, ਟੂ ਬੋਡੀਜ਼ ਕੈਨ ਆਲਸੋ ਐਗਜ਼ਰਟ ਫੋਰਸ ਔਨ ਈਚ ਅਦਰ ਈਵਨ ਵਿਦਾਊਟ ਬੀਇੰਗ ਇਨ ਫਿਜ਼ੀਕਲ ਕੰਟੈਕਟ। ਓਕੇ, ਐਵੇਂ ਆਪਣੇ ਕੋਲ ਇਹਦੀ ਮੈਗਨੇਟ ਤੋਂ ਇਲਾਵਾ ਇੱਕ ਹੋਰ ਐਗਜ਼ਾਮਪਲ ਹੈ ਇਲੈਕਟ੍ਰਿਕ ਫੋਰਸ ਦੀ। ਇਲੈਕਟ੍ਰਿਕ ਫੋਰਸ ਬਿਟਵੀਨ ਦਾ ਟੂ ਚਾਰਜਿਸ। ਆਪਣੇ ਕੋਲ ਦੋ ਤਰ੍ਹਾਂ ਦੇ ਚਾਰਜਿਸ ਹੁੰਦੇ ਬੇਟਾ, ਪੋਜ਼ਿਟਿਵ ਨੈਗੇਟਿਵ। ਜਿਹੜੇ ਲਾਈਕ ਚਾਰਜਿਸ ਹੈ, ਤੁਸੀਂ ਪਿੱਛੇ 9th ਵਿੱਚ ਪੜ੍ਹਿਆ ਹੋਗਾ, ਲਾਈਕ ਚਾਰਜਿਸ ਦੇ ਰਿਪੈਲ ਈਚ ਅਦਰ, ਪੋਜ਼ਿਟਿਵ ਰਿਪੈਲ ਕਰਦਾ ਹੈ, ਪੋਜ਼ਿਟਿਵ ਨੈਗੇਟਿਵ ਇੱਕ ਦੂਜੇ ਨੂੰ ਅਟਰੈਕਟ ਕਰਦਾ ਹੈ। ਐਵੇਂ ਗ੍ਰੈਵਿਟੇਸ਼ਨਲ ਫੋਰਸ ਹੁੰਦੀ ਹੈ ਦੋ ਬੋਡੀਜ਼ ਦੇ ਵਿੱਚ। ਮੰਨ ਲਓ ਇੱਕ ਅਰਥ ਹੈ ਤੇ ਸਨ ਹੈ, ਉਹਦੇ ਵਿੱਚ ਫੋਰਸ ਲੱਗਦੀ ਹੈ ਨਾ, ਪਤਾ ਹੈ ਸਾਰਿਆਂ ਨੂੰ ਨਾ, ਵੀ ਸੂਰਜ ਧਰਤੀ ਨੂੰ ਤੇ ਬਾਕੀ ਦੇ ਪਲੈਨਟਸ ਨੂੰ ਆਪਦੇ ਵੱਲ ਖਿੱਚਦਾ ਹੈ। ਐਵੇਂ ਧਰਤੀ ਜਿਹੜੀ ਆ ਆਪਣੇ ਮੂਨ ਨੂੰ ਆਪਦੇ ਵੱਲ ਖਿੱਚਦੀ ਹੈ, ਤਾਂ ਹੀ ਮੂਨ ਧਰਤੀ ਦੇ ਆਸੇ-ਪਾਸੇ ਚੱਕਰ ਲਗਾਉਂਦਾ, ਨਹੀਂ ਤਾਂ ਭੱਜ ਜਾਂਦਾ ਉਹਨੂੰ ਕਿਤੇ, ਜੇ ਫੋਰਸ ਨਾ ਹੁੰਦੀ ਤਾਂ। ਠੀਕ ਹੈ, ਤਾਂ ਫਿਰ ਸਾਨੂੰ ਰਾਤ ਨੂੰ ਦਿਖਣਾ ਨਹੀਂ ਸੀਗਾ। ਰੋਸ਼ਨੀ ਜਿਹੜੀ ਮੂਨ ਦੀ ਆਉਂਦੀ ਹੈ ਨਾ, ਤਾਂ ਹੀ ਆਉਂਦੀ ਵੀ ਹੈ ਕਿਉਂਕਿ ਧਰਤੀ ਤੇ ਮੂਨ ਦੇ ਵਿੱਚ ਗ੍ਰੈਵਿਟੇਸ਼ਨਲ ਫੋਰਸ ਹੈ, ਦੋਨੋਂ ਇੱਕ ਦੂਜੇ ਨੂੰ ਇੱਕ ਅਟਰੈਕਟਿਵ ਫੋਰਸ ਨਾਲ ਖਿੱਚ ਰਹੇ ਹੈ, ਦੋਨੋਂ ਇੱਕ ਦੂਜੇ ਨੂੰ ਅਟਰੈਕਟ ਕਰਦੇ ਹੈ। ਠੀਕ ਹੈ, ਤਾਂ ਕੋਈ ਵੀ ਦੋ ਬੋਡੀਜ਼ ਹੋਣ ਨਾ, ਕੋਈ ਵੀ ਦੋ ਬੋਡੀ, ਜ਼ਰੂਰੀ ਨਹੀਂ ਧਰਤੀ ਤੇ ਮੂਨ, ਕੋਈ ਵੀ ਦੋ ਬੋਡੀਜ਼ ਤੁਹਾਡੇ ਰੂਮ ਵਿੱਚ, ਇੱਕ ਸੋਫਾ ਪਿਆ, ਇੱਕ ਬੈੱਡ ਪਿਆ, ਇਹ ਦੋਨੋਂ ਵੀ ਇੱਕ ਦੂਜੇ ਨੂੰ ਆਪਸ 'ਚ ਖਿੱਚ ਰਹੇ ਹੈ। ਉਸ ਫੋਰਸ ਨੂੰ ਅਸੀਂ ਬੋਲਦੇ ਹਾਂ ਗ੍ਰੈਵਿਟੇਸ਼ਨਲ ਫੋਰਸ। ਇੱਕ ਹੋਰ ਐਗਜ਼ਾਮਪਲ ਲਓ, ਤੁਹਾਡੇ ਕੋਲ ਪੈਨ ਹੈ ਨਾ, ਉਹਨੇ ਪੈਨ ਹੱਥ 'ਚ ਹੈਗਾ, ਮੰਨ ਲਓ ਪੈਨ ਛੱਡਦੀ ਆਪਾਂ, ਕਿੱਧਰ ਜਾਊਗਾ? ਕਿੱਥੇ ਜਾਏਗਾ ਪੈਨ? ਪੈਨ ਵਿਲ ਫਾਲ ਟੁਵਾਰਡਸ ਅਰਥ, ਧਰਤੀ ਦੇ ਵੱਲ ਡਿੱਗੂਗਾ। ਜਿੱਥੇ ਮਰਜ਼ੀ ਉਹਨੂੰ ਕਰਕੇ ਦੇਖ ਲਓ ਤੁਸੀਂ, ਛੱਡੋ, ਇਹ ਹਮੇਸ਼ਾ ਥੱਲੇ ਨੂੰ ਜਾਊਗਾ, ਧਰਤੀ ਵੱਲ। ਕਿਉਂ ਜਾ ਰਿਹਾ? ਬਿਕੋਜ਼ ਅਰਥ ਇਜ਼ ਅਟਰੈਕਟਿੰਗ ਦਾ ਪੈਨ। ਅਰਥ ਇਹਦੇ 'ਤੇ ਫੋਰਸ ਲਾ ਰਹੀ ਹੈ, ਪਰੰਤੂ ਤੁਹਾਡਾ ਪੈਨ ਤੇ ਧਰਤੀ ਸਿੱਧੇ ਫਿਜ਼ੀਕਲ ਕੰਟੈਕਟ ਵਿੱਚ ਨਹੀਂ ਹੈਗੇ। ਈਵਨ ਦੈਨ ਦਾ ਫੋਰਸ ਉਹਨਾਂ ਤੇ ਲੱਗ ਰਹੀ ਹੈ, ਫੋਰਸ ਐਗਜ਼ਰਟ ਹੋ ਰਹੀ ਹੈ। ਕੌਣ ਲਾ ਰਿਹਾ? ਧਰਤੀ। ਕਿਹਦੇ ਤੇ ਲਾ ਰਿਹਾ? ਪੈਨ ਦੇ ਉੱਤੇ। ਪੈਨ ਤੇ ਧਰਤੀ ਕੀ ਹੈ? ਦੋਨੋਂ ਇੱਕ ਦੂਜੇ ਦੇ ਫਿਜ਼ੀਕਲ ਕੰਟੈਕਟ ਵਿੱਚ ਨਹੀਂ ਹੈਗੇ। ਈਵਨ ਦੈਨ ਦਾ ਫੋਰਸ ਇਜ਼ ਬੀਇੰਗ ਐਗਜ਼ਰਟਿਡ। ਕਲੀਅਰ?
ਤਾਂ ਆਹੀ ਗੱਲ ਇੱਥੇ ਲਿਖੀ ਹੈ ਬੇਟਾ, ਜਿਹੜਾ ਯੈਲੋ ਵਿੱਚ ਹਾਈਲਾਈਟ ਕੀਤਾ ਹੋਇਆ, ਟੂ ਬੋਡੀਜ਼ ਕੈਨ ਆਲਸੋ ਐਗਜ਼ਰਟ ਫੋਰਸ ਔਨ ਈਚ ਅਦਰ ਈਵਨ ਵਿਦਆਊਟ ਬੀਇੰਗ ਇਨ ਫਿਜ਼ੀਕਲ ਕੰਟੈਕਟ। ਤਾਂ ਆਪਾਂ ਤਿੰਨ ਐਗਜ਼ਾਮਪਲਸ ਲੈ ਲਈਆਂ, ਮੈਗਨੈਟਿਕ ਫੋਰਸ, ਦੂਸਰਾ ਇਲੈਕਟ੍ਰਿਕ ਫੋਰਸ, ਤੀਸਰਾ ਗ੍ਰੈਵੀਟੇਸ਼ਨਲ ਫੋਰਸ। ਓਕੇ, ਉਸ ਤੋਂ ਅਗਲੀ ਗੱਲ ਹੈ ਆਪਣੇ ਕੋਲ, ਨੈਕਸਟ ਆਪਣੇ ਕੋਲ ਆ ਰਿਹਾ ਫੋਰਸ ਕਿੱਦਾਂ ਦੀ ਕੁਆਂਟੀਟੀ ਹੈ। ਫੋਰਸ ਬਾਰੇ ਤੁਸੀਂ ਪੜ੍ਹਿਆ ਹੋਣਾ ਹੈ ਕਿ ਫੋਰਸ ਇਜ਼ ਏ ਵੈਕਟਰ ਕੁਆਂਟੀਟੀ। ਵੈਕਟਰ ਕੁਆਂਟੀਟੀ ਦਾ ਮਤਲਬ ਸਮਝਦੇ ਆ ਨਾ ਵੀ ਇਹਦੀ ਡਾਇਰੈਕਸ਼ਨ ਹੁੰਦੀ ਹੈ, ਜਿਹੜੀ ਚੀਜ਼ ਦੀ ਡਾਇਰੈਕਸ਼ਨ ਹੁੰਦੀ ਹੈ, ਮੈਗਨੀਟਿਊਡ ਹੁੰਦਾ, ਡਾਇਰੈਕਸ਼ਨ ਹੁੰਦਾ, ਉਹ ਕਿੱਦਾਂ ਦੀ ਕੁਆਂਟੀਟੀ ਹੈ, ਵੈਕਟਰ ਕੁਆਂਟੀਟੀ ਹੈ। ਤਾਂ ਫੋਰਸ ਵੈਕਟਰ ਕੁਆਂਟੀਟੀ ਹੈ, ਇਹਦਾ ਯੂਨਿਟ ਕੀ ਹੈ, ਇਹਦਾ ਯੂਨਿਟ ਹੈ ਨਿਊਟਨ। ਫੋਰਸ ਦਾ ਯੂਨਿਟ ਕੀ ਹੈ, ਨਿਊਟਨ। ਇੱਕ ਆ ਫੋਰਸ ਦਾ ਫਾਰਮੂਲਾ ਹੈ ਕਿ F = m/a। ਇਹ ਐਕਚੁਅਲੀ ਨਾ ਇਹ ਸਾਰਾ ਲੈਸਨ ਮੈਂ ਕਰ ਲਿਆ ਸੀਗਾ ਹੈ ਨਾ, ਬਟ ਜਦੋਂ ਰਿਕਾਰਡ ਕਰਨ ਤੋਂ ਬਾਅਦ ਚੈੱਕ ਕੀਤਾ ਤਾਂ ਉਹ ਉੱਥੋਂ ਤੱਕ ਜਿਹੜਾ ਫਸਟ ਤੁਹਾਨੂੰ ਦਿੱਤਾ ਹੈ ਉੱਥੋਂ ਤੱਕ ਚੱਲਿਆ, ਉਸ ਤੋਂ ਬਾਅਦ ਇਹ ਡਿਸਅਪੀਅਰ ਹੋ ਗਿਆ ਹੈ ਨਾ। 1 ਘੰਟਾ ਲਾਇਆ ਸੀ, 1 ਘੰਟਾ ਪੂਰਾ ਮਿਹਨਤ ਬੋਲ ਕੇ ਗਲਾ ਥੱਕ ਗਿਆ, ਬਟ ਉਹ ਗਿਆ, ਪਤਾ ਨਹੀਂ ਕੀ ਹੋ ਗਿਆ। ਹੁਣ ਦੁਬਾਰਾ ਇਸ ਚੀਜ਼ ਨੂੰ ਕਰ ਰਹੇ ਹਾਂ, ਇਸ ਲਈ ਪਲੀਜ਼ ਕੋਆਪਰੇਟ ਕਰਿਆ ਕਰੋ, ਥੋੜਾ ਪੜ੍ਹਿਆ ਕਰੋ ਹੈ ਨਾ। ਤਾਂ ਦੂਸਰਾ ਆਪਾਂ ਗੱਲ ਕਰ ਰਹੇ ਹਾਂ ਫੋਰਸ ਕਿੱਦਾਂ ਦੀ ਕੁਆਂਟੀਟੀ ਹੈ ਰਾਜੇ, ਵੈਕਟਰ ਕੁਆਂਟੀਟੀ, ਬਿਕੋਜ਼ ਇਟ ਹੈਜ਼ ਮੈਗਨੀਟਿਊਡ ਐਜ਼ ਵੈਲ ਐਜ਼ ਡਾਇਰੈਕਸ਼ਨ। ਇਹਦੀ ਦਿਸ਼ਾ ਵੀ ਹੁੰਦੀ ਹੈ, ਬਲ ਦੀ ਦਿਸ਼ਾ ਹੋਊਗੀ ਨਾ, ਜੇ ਫੋਰਸ ਕਿਹੜੇ ਪਾਸੇ ਨੂੰ ਲੱਗਦੀ ਪਈ ਹੈ, ਆਪਾਂ ਚੇਅਰ ਨੂੰ ਜੇ ਧੱਕਾ ਮਾਰਾਂਗੇ ਤਾਂ ਚੇਅਰ ਪਰਾਂ ਨੂੰ ਜਾਊਗੀ, ਜਿਹਨੂੰ ਆਪਦੇ ਵੱਲ ਖਿੱਚਾਂਗੇ, ਜਿਹਨੂੰ ਅਸੀਂ ਬੋਲਦੇ ਹਾਂ ਪੁਸ਼ ਕਰਨਾ ਜਾਂ ਪੁੱਲ ਕਰਨਾ, ਪੁਸ਼ ਕਰਾਂਗੇ ਤਾਂ ਪਰਾਂ ਨੂੰ ਜਾਊਗੀ, ਪੁੱਲ ਕਰਾਂਗੇ ਤਾਂ ਤੁਹਾਡੇ ਵੱਲ ਆਊਗੀ। ਤਾਂ ਕਿਉਂ? ਕਿਉਂਕਿ ਇਹਦੀ ਦਿਸ਼ਾ ਹੈ, ਇਸ ਕਰਕੇ ਵੈਕਟਰ ਕੁਆਂਟੀਟੀ ਹੈ। ਤੇ ਇਹਦਾ ਯੂਨਿਟ ਕੀ ਹੁੰਦਾ ਫੋਰਸ ਦਾ? ਯੂਨਿਟ ਦਾ ਮਤਲਬ ਸਮਝਦੇ ਹੋ? ਯੂਨਿਟ ਦਾ ਮਤਲਬ ਕੀ ਹੁੰਦਾ, ਸਮਝਿਆ ਕਦੇ? ਯੂਨਿਟ ਦਾ ਮਤਲਬ ਕੀ ਹੈ, ਵੀ ਕੀ ਹੁੰਦਾ ਯੂਨਿਟ? ਕੀ ਯੂਨਿਟ ਹੁੰਦਾ ਵੀ ਆਪਾਂ ਕਿਸੇ ਚੀਜ਼ ਨੂੰ ਕਾਹਦੇ 'ਚ ਮਾਪਦੇ ਹਾਂ, ਕਿਸ ਕੁਆਂਟੀਟੀ ਨੂੰ ਕਿਸ ਤਰ੍ਹਾਂ ਨਾਲ ਮਾਪਦੇ ਹਾਂ, ਉਹ ਇਹਦਾ ਯੂਨਿਟ ਹੈ। ਐਗਜ਼ਾਮਪਲ ਲੈਂਦੇ ਆਪਾਂ, ਤੁਹਾਨੂੰ ਸ਼ਾਇਦ ਗੱਲ ਸਮਝ ਆ ਜੂਗੀ। ਤੁਸੀਂ ਕਿਸੇ ਸ਼ੌਪ ਤੇ ਜਾਂਦੇ ਹੋ ਖੰਡ ਲੈਣ ਵਾਸਤੇ, ਖੰਡ ਲੈਣ ਗਏ ਹੋ ਘਰੋਂ, ਕਿੰਨੀ ਖੰਡ ਲੈ ਕੇ ਆਉਣੀ ਹੈ? ਤੁਹਾਨੂੰ ਤੁਹਾਡੇ ਪੇਰੈਂਟਸ ਨੇ ਦੱਸਤਾ ਵੀ ਇੰਨੀ ਖੰਡ ਲਿਆਓ। ਤੁਸੀਂ ਸ਼ੌਪ ਤੇ ਗਏ, ਤੁਸੀਂ ਜਾ ਕੇ ਐਂ ਕਦੇ ਕਿਹਾ ਵੀ ਅੰਕਲ ਜੀ 2 ਲੀਟਰ ਖੰਡ ਦੇ ਦਿਓ, ਜਾਂ ਕਦੇ ਐਂ ਕਿਹਾ ਅੱਧਾ ਲੀਟਰ ਖੰਡ ਦੇ ਦਿਓ ਜੀ? ਨਹੀਂ ਨਾ। ਜੇ ਆਪਾਂ ਕਵਾਂਗੇ ਸਾਰੇ ਹੱਸਣ ਲੱਗ ਜਾਣਗੇ ਆਸੇ ਪਾਸੇ ਵੀ ਆਹ ਕੀ ਗੱਲ ਹੋਈ। ਜਾਂ ਤੁਸੀਂ ਪੈਟਰੋਲ ਪਵਾਉਣ ਗਏ, ਸਕੂਟੀ 'ਚ ਪੈਟਰੋਲ ਪਵਾਉਣਾ ਹੈ, ਸਕੂਟਰ ਵਿੱਚ, ਬਾਈਕ 'ਚ ਹੈ ਨਾ, ਕਾਰ 'ਚ, ਕਿਸੇ ਚੀਜ਼ 'ਚ ਪੈਟਰੋਲ ਪਵਾਉਣਾ, ਆਪਾਂ ਪੈਟਰੋਲ ਪੰਪ ਤੇ ਗਏ, ਉੱਥੇ ਆਪਾਂ ਕਦੇ ਕਿਹਾ 4 ਕਿਲੋ ਪੈਟਰੋਲ ਪਾ ਦਿਓ ਜਾਂ ਅੱਧਾ ਕਿਲੋ ਪੈਟਰੋਲ ਪਾ ਦਿਓ ਇਹਦੇ 'ਚ? ਨਹੀਂ ਨਾ। ਉੱਥੇ ਆਪਾਂ ਕੀ ਬੋਲਦੇ ਹਾਂ? ਲੀਟਰ, 2 ਲੀਟਰ, 3 ਲੀਟਰ ਪੈਟਰੋਲ ਪਵਾਉਣਾ ਹੈ। ਖੰਡ ਲੈਣ ਜਾਂਦੇ ਆਪਾਂ ਕੀ ਬੋਲਦੇ ਹਾਂ? ਕਿਲੋਗ੍ਰਾਮ, ਅੱਧਾ ਕਿਲੋ, 2 ਕਿਲੋ, 3 ਕਿਲੋ, 5 ਕਿਲੋ, ਇਹ ਯੂਨਿਟਸ ਹੈ। ਠੀਕ ਹੈ। ਐਵੇਂ ਆਪਾਂ ਬਲ ਲਾਵਾਂਗੇ ਕਿਸੇ, ਤੁਹਾਨੂੰ ਮੈਂ ਦੱਸਿਆ ਸੀ ਤੁਸੀਂ ਚੇਅਰ ਦੇ ਉੱਤੇ ਬਲ ਲਾ ਰਹੇ ਹੋ, ਤਾਂ ਬਲ ਆਪਾਂ ਕਾਹਦੇ 'ਚ ਲਾ ਰਹੇ ਹਾਂ? ਨਿਊਟਨ ਵਿੱਚ ਲਾਵਾਂਗੇ ਰਾਜ। ਬਲ ਲਾਇਆ ਮੰਨ ਲਓ 50, ਤਾਂ 50 ਦੇ ਨਾਲ ਕੀ ਲਿਖਾਂਗੇ? ਨਿਊਟਨ। ਬਲ ਕਿੰਨਾ ਲਾਇਆ ਸੀ? 50 ਨਿਊਟਨ। ਤਾਂ ਨਿਊਟਨ ਇਹਦਾ ਯੂਨਿਟ ਹੈ। ਇੱਕ ਇਹ ਫਾਰਮੂਲਾ ਯਾਦ ਰੱਖਣਾ, F = m/a, ਵੀ ਇਹ ਇੱਕ ਜਨਰਲ ਫਾਰਮੂਲਾ ਹੈ ਫੋਰਸ ਦਾ। ਫੋਰਸ = m is mass, a is acceleration। ਮਾਸ ਦਾ ਮਤਲਬ ਕੀ ਹੁੰਦਾ ਹੈ ਪੰਜਾਬੀ 'ਚ? ਪੁੰਜ, ਜਿਹਨੂੰ ਆਪਾਂ ਬੋਲਦੇ ਹਾਂ ਕੁਆਂਟੀਟੀ ਆਫ ਮੈਟਰ, ਕਿ ਕਿੰਨਾ ਮੈਟਰ ਕਿਸੇ ਬੋਡੀ ਦੇ ਅੰਦਰ ਹੈ, ਉਹ ਮਾਸ ਹੈ ਨਾ। ਹਰ ਚੀਜ਼ ਦਾ ਮਾਸ ਹੁੰਦਾ, ਕੋਈ ਵੀ ਬੋਡੀ ਹੈ, ਜੇ ਬੋਡੀ ਹੈਗੀ ਤਾਂ ਉਹਦਾ ਮਾਸ ਜ਼ਰੂਰ ਹੋਊਗਾ। ਠੀਕ ਹੈ। ਤਾਂ ਐਵਰੀਬੋਡੀ ਹੈਜ਼ ਮਾਸ ਇਨਟੂ ਐਕਸਲੇਸ਼ਨ। ਐਕਸਲੇਸ਼ਨ ਕੀ ਹੁੰਦਾ? ਪ੍ਰਵੇਗ। ਪੰਜਾਬੀ 'ਚ ਪ੍ਰਵੇਗ ਹੁੰਦਾ ਸੀ, ਆਪਾਂ ਉਹਨੂੰ ਐਕਸਲੇਸ਼ਨ ਬੋਲਿਆ ਕਰਾਂਗੇ ਹੈ ਨਾ। ਥੋੜਾ ਨਵੇਂ ਸ਼ਬਦ ਸੁਣ ਲੈਣੇ ਆ ਤੇ ਉਹਨਾਂ ਨੂੰ ਯੂਜ਼ ਕਰਨਾ ਵਾਰੀ, ਫਿਰ ਉਹ ਚੀਜ਼ਾਂ ਦਿਮਾਗ 'ਚ ਬੈਠ ਜਾਣਗੀਆਂ। ਪ੍ਰਵੇਗ ਦੀ ਥਾਂ ਤੇ ਆਪਾਂ ਕੀ ਬੋਲਿਆ ਕਰਾਂਗੇ? ਐਕਸਲੇਸ਼ਨ। ਐਕਸਲੇਸ਼ਨ ਮਤਲਬ ਕਿ ਵੇਗ ਵਿੱਚ ਪਰਿਵਰਤਨ ਬਟਾ ਸਮਾਂ, ਆਪਾਂ ਇਹ ਕਹਿੰਦੇ ਹੁੰਦੇ ਸੀ ਪ੍ਰਵੇਗ ਨੂੰ। ਉੱਤੇ ਕੀ ਹੈ? ਵੇਗ ਵਿੱਚ ਪਰਿਵਰਤਨ ਹੋਊਗਾ ਤਾਂ ਵੇਗ ਹੀ ਨਾ। ਜੇ 10 ਮੀਟਰ ਪਰ ਸੈਕਿੰਡ ਚੋਂ 6 ਮੀਟਰ ਪਰ ਸੈਕਿੰਡ ਮਾਈਨਸ ਕਰੋਗੇ ਤਾਂ ਰਹਿ ਜਾਊਗਾ ਕੀ? 4 ਮੀਟਰ ਪਰ ਸੈਕਿੰਡ। ਵੇਗ ਹੀ ਰਹਿ ਗਿਆ ਨਾ, ਬਟਾ ਸਮਾਂ ਕਾਹਦੇ 'ਚ ਹੋਊਗਾ? ਸੈਕਿੰਡ 'ਚ। ਇਸ ਕਰਕੇ ਇਹਦਾ ਯੂਨਿਟ ਕੀ ਹੁੰਦਾ ਹੈ ਐਕਸਲੇਸ਼ਨ ਦਾ? ਮੀਟਰ ਪਰ ਸੈਕਿੰਡ ਸਕੁਅਰ। ਆਪਾਂ ਪਿੱਛੇ ਕੀਤਾ ਸੀ, ਤੁਹਾਨੂੰ ਸ਼ਾਇਦ ਦੱਸਿਆ ਸੀ ਪ੍ਰੀਵੀਅਸ ਲੈਕਚਰ ਦੇ ਅੰਦਰ। ਤਾਂ ਐਕਸਲੇਸ਼ਨ, ਜਾਂ ਤੁਸੀਂ ਦੁਬਾਰਾ ਇੱਕ ਵਾਰੀ ਦੇਖ ਲੈਣਾ, ਜੇ ਫਿਰ ਵੀ ਨਾ ਸਮਝ ਆਵੇ ਮੈਨੂੰ ਦੱਸ ਦੇਣਾ ਕਿ F = m/a, ਮਾਸ ਇਨਟੂ ਐਕਸਲੇਸ਼ਨ। ਕਿਸੇ ਬੋਡੀ ਦਾ ਕਿੰਨਾ ਮਾਸ ਹੈ, ਉਹਦੇ 'ਚ ਕਿੰਨੀ ਐਕਸਲੇਸ਼ਨ ਹੈ, ਦੋਵਾਂ ਨੂੰ ਮਲਟੀਪਲਾਈ ਕਰ ਦਿਓ, ਉਹ ਫੋਰਸ ਆ ਜੂਗੀ। ਕਾਹਦੇ 'ਚ ਆ ਜੂਗੀ? ਨਿਊਟਨ 'ਚ ਆ ਜੂਗੀ। ਓਕੇ, ਕਲੀਅਰ। ਉਸ ਤੋਂ ਅਗਲੀ ਚੀਜ਼ ਹੈ ਸੁਪਰਪੋਜੀਸ਼ਨ ਆਫ ਫੋਰਸ। ਇਹਦਾ ਮਤਲਬ ਹੁੰਦਾ ਵੀ ਜਦੋਂ ਇੱਕ ਤੋਂ ਜ਼ਿਆਦਾ ਫੋਰਸਿਸ ਲੱਗ ਰਹੀਆਂ ਹੋਣ, ਮੰਨ ਲਓ ਕਿਸੇ ਬੋਡੀ ਦੇ ਉੱਤੇ 2, 3, 4, 5 ਕੁਝ ਫੋਰਸਿਸ ਲੱਗ ਰਹੀਆਂ, ਤਾਂ ਉਹਨਾਂ ਦਾ ਨੈਟ ਇਫੈਕਟ ਕੀ ਹੋਊਗਾ? ਨੈਟ ਇਫੈਕਟ ਦਾ ਮਤਲਬ ਕਿ ਰਿਜ਼ਲਟੈਂਟ ਫੋਰਸ ਉਹਨਾਂ ਤੇ ਕਿੰਨੀ ਲੱਗੂਗੀ। ਇੱਥੇ ਇੱਕ ਸ਼ਬਦ ਯੂਜ਼ ਕਰ ਰਹੇ ਆਪਾਂ, ਰਿਜ਼ਲਟੈਂਟ ਫੋਰਸ। ਮੰਨ ਲਓ ਕਿਸੇ ਬੋਡੀ ਦੇ ਉੱਤੇ 3 ਫੋਰਸਿਸ ਲੱਗ ਰਹੀਆਂ,
ਤੁਸੀਂ ਚੇਅਰ ਦੇ ਉੱਤੇ ਮੰਨ ਲਓ ਚੇਅਰ ਹੈ ਨਾ, ਆਪਾਂ ਇੱਕ ਐਗਜ਼ਾਮਪਲ ਲੈਨੇ, ਚੇਅਰ ਦੀ ਗੱਲ ਆਪਾਂ ਕੀਤੀ ਸੀ, ਤੁਸੀਂ ਪੁਸ਼ ਕੀਤਾ ਪੁੱਲ ਕੀਤਾ, ਉਹ ਚੇਅਰ ਪਰਾਂ ਨੂੰ ਜਾਂ ਉਰਾਂ ਨੂੰ ਤੁਹਾਡੇ ਵਾਲੇ ਪਾਸੇ ਆਉਂਦੀ ਸੀ। ਹੁਣ ਮੰਨ ਲਓ ਤੁਸੀਂ ਤੇ ਤੁਹਾਡੀ ਸਿਸਟਰ ਜਾਂ ਬ੍ਰਦਰ, ਤੁਸੀਂ ਉਹਦੇ ਤੇ ਫੋਰਸ ਲਾਉਂਦੇ ਹੋ, ਦੋ ਜਣੇ ਇਕੁਅਲ ਅਮਾਊਂਟ ਵਿੱਚ, ਇਕੁਅਲ ਅਮਾਊਂਟ 'ਚ ਆਪਾਂ ਫੋਰਸ ਲਾ ਰਹੇ ਹਾਂ। ਆਹ ਆਪਣੀ ਬੋਡੀ ਹੈ, ਇੱਕ ਜਣਾ ਇੱਧਰਲੇ ਪਾਸੇ ਫੋਰਸ ਲਾ ਰਿਹਾ ਔਰ ਸੈਕਿੰਡ ਜਣਾ ਮੰਨ ਲਓ ਆਪਾਂ ਕਹੀਏ ਵੀ ਸੈਕਿੰਡ ਜਣਾ ਉਹ ਇੱਧਰਲੇ ਪਾਸੇ ਫੋਰਸ ਲਾ ਰਿਹਾ, ਠੀਕ ਹੈ। ਦੋ ਫੋਰਸਿਸ ਲੱਗ ਰਹੀਆਂ, ਇਹ ਦੋਨੋਂ ਫੋਰਸਿਸ ਇਕੁਅਲ ਤੇ ਆਪੋजिट ਹੈ, ਦੋ ਫੋਰਸਿਸ ਲੱਗ ਰਹੀਆਂ। दिस इज फोर्स नंबर 1, दिस इज फोर्स नंबर 2, ਇਹ ਇਕੁਅਲ ਤੇ ਆਪੋजिट ਹੈ। ਤਾਂ ਕੀ ਹੋਊਗਾ ਇਹਨਾਂ ਦਾ ਨੈਟ ਇਫੈਕਟ ਕੀ ਹੋਊਗਾ? ਤੁਸੀਂ ਮੰਨ ਲਓ ਟਰਾਈ ਵੀ ਕਰ ਸਕਦੇ ਹੋ, ਚੇਅਰ ਦੇ ਉੱਤੇ ਬਰਾਬਰ ਅਮਾਊਂਟ 'ਚ ਫੋਰਸ ਲਾਓ, ਇੱਕ ਇਹਨਾਂ ਨੂੰ ਪੁਸ਼ ਕਰੋ, ਇੱਕ ਇਹਨਾਂ ਪੁੱਲ ਕਰੋ, ਕੀ ਹੋਊਗਾ? ਕੁਝ ਨਹੀਂ ਹੋਣਾ, ਕਿਉਂਕਿ ਜਿਹੜੀਆਂ ਦੋਨੋਂ ਆਪੋजिट ਫੋਰਸਿਸ ਇੱਕ ਦੂਜੇ ਨੂੰ ਕੈਂਸਲ ਕਰ ਦੇਣਗੀਆਂ, ਹਨਾ। ਤੇ ਉਹ ਚੇਅਰ ਨੇ ਮੂਵ ਨਹੀਂ ਕਰਨਾ, ਨਾ ਇੱਧਰ ਨੂੰ ਜਾਣਾ ਨਾ ਉੱਧਰ ਨੂੰ ਜਾਣਾ, ਕਲੀਅਰ। ਤਾਂ ਉੱਥੇ ਅਸੀਂ ਰਿਜ਼ਲਟੈਂਟ ਫੋਰਸ ਕੱਢਦੇ ਹਾਂ ਵੀ ਇਹਨਾਂ ਦੇ ਉੱਤੇ ਨੈਟ ਫੋਰਸ ਕਿੰਨੀ ਲੱਗਦੀ ਵੀ ਹੈ, ਰਿਜ਼ਲਟੈਂਟ ਫੋਰਸ। ਉਹ ਅਸੀਂ ਆਹ ਫਾਰਮੂਲਾ ਹੈ ਰਾਜੇ ਆਪਣੇ ਕੋਲੇ, ਲਾ ਆਫ ਵੈਕਟਰ ਐਡੀਸ਼ਨ, ਕਿ F ਵੈਕਟਰ ਇਜ਼ ਇਕੁਅਲ ਟੂ F1 ਵੈਕਟਰ ਪਲੱਸ F2 ਵੈਕਟਰ ਪਲੱਸ Fn ਵੈਕਟਰ ਲਾਸਟ, ਠੀਕ ਹੈ। ਮੰਨ ਲਓ n ਫੋਰਸਿਸ ਲੱਗ ਰਹੀਆਂ, ਹੁਣ n ਦਾ ਮਤਲਬ ਹੈ 2 3 4 5 ਕਿੰਨੀਆਂ ਵੀ ਹੋਣ, ਉਹ n ਦੀ ਮਾਤਰਾ ਆ ਜਾਊਗੀ। 3 ਫੋਰਸਿਸ ਲੱਗ ਰਹੀਆਂ ਤਾਂ ਫਾਰਮੂਲਾ ਇਹ ਬਣ ਜੂ F ਵੈਕਟਰ ਇਜ਼ ਇਕੁਅਲ ਟੂ F1 ਪਲੱਸ F2 ਪਲੱਸ F3। 4 ਲੱਗ ਰਹੀਆਂ ਤਾਂ ਫਾਰਮੂਲਾ ਬਣ ਜੂ F1 ਪਲੱਸ F2 ਪਲੱਸ F3 ਪਲੱਸ F4। 6 ਲੱਗ ਰਹੀਆਂ ਤਾਂ F1 ਪਲੱਸ F2 ਪਲੱਸ F3 ਪਲੱਸ F4 ਪਲੱਸ F5 ਪਲੱਸ F6। ਕਲੀਅਰ ਹੈ? ਆ ਡੈਸ਼ ਮਤਲਬ ਡੈਸ਼ ਲਾਉਣ ਦਾ ਮਤਲਬ ਆਹੀ ਸੀਗਾ, ਡੈਸ਼ ਲਾਏ ਹੈ ਨਾ ਇਸ ਥਾਂ ਤੇ, ਆ ਡੈਸ਼ ਲਾਉਣ ਦਾ ਮਤਲਬ ਆਹੀ ਹੈ ਇੱਥੇ, ਠੀਕ ਹੈ, ਵੀ ਅੱਗੇ ਜਿੰਨਾ ਮਰਜ਼ੀ ਇਹਨੂੰ ਵਧਾ ਲਈਏ ਆਪਾਂ, ਠੀਕ ਹੈ। ਦੂਸਰੀ ਗੱਲ ਹੈ, ਜਦੋਂ ਆਪਾਂ F ਨੂੰ ਲਿਖਿਆ ਇਹਦੇ ਉੱਤੇ ਆਪਾਂ ਇੱਕ ਐਰੋ ਲਗਾਇਆ ਵਾਲਾ, ਆ ਇੱਥੇ ਲਿਖਿਆ ਨਾ ਐਰੋ, ਇਹ ਸਿਰਫ ਦਿਖਾਉਣ ਵਾਸਤੇ ਵੀ ਜਿਹੜੀ ਫੋਰਸ ਹੈ ਵੈਕਟਰ ਕੁਆਂਟੀਟੀ ਹੈ। ਆ ਜਿਹੜੀ ਫੋਰਸ ਹੈ ਨਾ ਜਿਹੜੀ ਮੈਂ ਡੱਬੇ ਵਿੱਚ ਲਿਖੀ ਹੈ, ਇਹ ਵੈਕਟਰ ਕੁਆਂਟੀਟੀ ਹੈ, ਤਾਂ ਇਹਦੇ ਉੱਤੇ ਐਰੋ ਲੱਗੂਗਾ। ਜੇ ਵੈਕਟਰ ਕੁਆਂਟੀਟੀ ਨਹੀਂ ਹੈਗੀ ਤਾਂ ਫਿਰ ਇਹ ਐਰੋ ਉੱਤੇ ਨਹੀਂ ਲਿਖਿਆ ਹੋਊਗਾ, ਫਿਰ ਆਪਾਂ ਐਰੋ ਨਹੀਂ ਲਿਖਦੇ, ਸਮਝ ਗਏ। ਜਿੱਥੇ F ਦੇ ਉੱਤੇ ਲੱਗਿਆ ਐਰੋ ਉਹਨੂੰ ਆਪਾਂ ਬੋਲਾਂਗੇ F ਵੈਕਟਰ, ਇਹ ਵੈਕਟਰ ਹੈ। ਜਿੱਥੇ ਨਹੀਂ ਲੱਗਿਆ ਉਹ ਕੱਲਾ ਫੋਰਸ ਹੈ, ਉਹ ਮੈਗਨੀਚਿਊਡ ਹੈ, ਫਿਰ ਉਹਦਾ ਕੱਲੀ ਮਾਤਰਾ ਹੈ, ਉਹਦੇ ਨਾਲ ਦਿਸ਼ਾ ਨਹੀਂ ਹੈਗੀ, ਠੀਕ ਹੈ। ਜੇ ਦਿਸ਼ਾ ਨਾਲ ਆਪਾਂ ਦਰਸਾਉਣਾ ਹੈ ਫਿਰ ਉਹਦੇ ਉੱਤੇ ਐਰੋ ਲਗਾਉਂਦੇ ਆ, ਠੀਕ ਹੈ। ਹੁਣ ਮੰਨ ਲਓ ਦੋ ਫੋਰਸਿਸ ਹੈ, ਇੱਕ ਫੋਰਸ ਆ ਵਾਲੀ F1, ਠੀਕ ਹੈ, ਇੱਕ ਫੋਰਸ ਸਾਡੀ ਕਿੰਨੀ ਹੈ F1 ਤੇ ਇੱਕ ਫੋਰਸ ਹੈ ਸਾਡੀ F2। ਇੱਕ ਫੋਰਸ ਆ ਵਾਲੀ ਹੈ ਬੇਟਾ F1, ਇੱਕ ਫੋਰਸ ਸਾਡੀ ਆ ਵਾਲੀ ਹੈ ਜਿਹੜੀ ਇੱਥੇ ਲੱਗ ਰਹੀ ਹੈ F2 ਜਿਹਨੂੰ ਮੈਂ ਕਹੂੰਗਾ, ਠੀਕ ਹੈ। ਆ ਵਾਲੀ ਫੋਰਸ F2 ਹੈ, ਇੱਕ ਇੱਧਰਲੇ ਪਾਸੇ ਲੱਗਦੀ ਵੀ, ਇੱਕ ਇੱਧਰਲੇ ਪਾਸੇ ਲੱਗਦੀ ਵੀ। ਇਹਨਾਂ ਵਿੱਚ ਆ ਐਂਗਲ ਹੈ, ਆ ਐਂਗਲ ਹੈ ਥੀਟਾ, ਕਿੰਨਾ ਐਂਗਲ ਹੈ? ਥੀਟਾ ਐਂਗਲ ਹੈ। ਤਾਂ ਇਹਨਾਂ ਦਾ ਮੈਗਨੀਚਿਊਡ, ਫੋਰਸ ਦਾ ਮੈਗਨੀਚਿਊਡ ਐ ਲਿਖਿਆ ਸੀ ਮੈਂ MAG, ਮੈਗਨੀਚਿਊਡ, ਉਹ ਆਪਣਾ ਫੋਰਸ ਦਾ ਮੈਗਨੀਚਿਊਡ। ਇਹਨਾਂ ਦੋਨਾਂ ਦਾ ਨੈਟ ਇਫੈਕਟ ਰਿਜ਼ਲਟੈਂਟ ਕਿੰਨੀ ਫੋਰਸ ਲੱਗੂਗੀ ਇਹਨਾਂ ਦੋਨਾਂ ਕਰਕੇ, ਉਹ ਆਪਾਂ F ਕੱਢ ਲਾਂਗੇ। F ਇਜ਼ ਇਕੁਅਲ ਟੂ ਅੰਡਰ ਰੂਟ F1 ਸਕੁਅਰ ਪਲੱਸ F2 ਸਕੁਅਰ ਪਲੱਸ 2F1 F2 ਕੋਸ ਆਫ ਥੀਟਾ, ਠੀਕ ਹੈ। ਇਹ ਰਿਜ਼ਲਟੈਂਟ ਫੋਰਸ ਆ ਜੂਗੀ। ਤੁਸੀਂ ਇੱਥੇ ਵੈਲਿਊਜ਼ ਨੂੰ ਪੁੱਟ ਅਪ ਕਰ ਦੇਣਾ, F1 ਦੀ ਵੈਲਿਊ ਕਿੰਨੀ ਹੈ, F2 ਦੀ ਵੈਲਿਊ ਕਿੰਨੀ ਹੈ, F1 F2 ਫਿਰ ਉਹੀ ਵੈਲਿਊਜ਼ ਕੋਸ ਆਫ ਥੀਟਾ, ਜਿੰਨਾ ਥੀਟਾ ਹੈ। ਮੰਨ ਲਓ 30 ਡਿਗਰੀ ਹੈ ਤਾਂ ਕੋਸ 30, 20 ਹੈ ਤਾਂ ਕੋਸ 20, 40 ਹੈ ਤਾਂ ਕੋਸ 40, ਜਿੰਨੀ ਵੈਲਿਊ ਲਾ ਦੋਗੇ। ਇੱਥੋਂ ਮੈਗਨੀਚਿਊਡ ਆ ਜਾਊਗਾ ਰਿਜ਼ਲਟੈਂਟ ਦਾ, ਜਿਹੜਾ ਨੈਟ ਫੋਰਸ ਲੱਗੂਗੀ ਉਹਦਾ ਮੈਗਨੀਚਿਊਡ, ਮੈਗਨੀਚਿਊਡ ਮਤਲਬ ਮਾਤਰਾ। ਤੇ ਉਹਦੀ ਡਾਇਰੈਕਸ਼ਨ ਕੱਢਣੀ ਹੋਵੇ ਤਾਂ ਫਾਰਮੂਲਾ ਹੈ ਟੈਂਜੈਂਟ ਅਲਫਾ ਇਜ਼ ਇਕੁਅਲ ਟੂ F2 sin ਥੀਟਾ ਬਟਾ F1 F2 sin ਥੀਟਾ। ਉਹੀ ਉਹ ਥੀਟਾ ਉਨਾ ਹੀ ਹੈ, ਆਹ ਵਾਲਾ ਥੀਟਾ ਦੀ ਮਾਤਰਾ ਲੈ ਲਓ, ਉਹ ਸਾਈਨ ਆਫ ਥੀਟਾ ਲਾ ਦਿਓ। ਮੰਨ ਲਓ 30 ਡਿਗਰੀ ਸੀਗਾ ਤਾਂ sin 30, ਇੱਥੇ ਥੱਲੇ ਵੀ sin 30। F2 ਤੁਹਾਡੀ ਆਹ ਵਾਲੀ ਵੈਲਿਊ, F1 ਤੁਹਾਡੀ ਆਹ ਵਾਲੀ ਵੈਲਿਊ, ਠੀਕ ਹੈ, ਇੱਥੇ ਪੁੱਟ ਅਪ ਕਰ ਦਿਓ। F2 ਉਹੀ ਵੈਲਿਊ ਇੱਥੇ ਪੁੱਟ ਅਪ ਕਰ ਦਿਓ। ਇਹਨੂੰ ਸਾਰੇ ਨੂੰ ਵੈਲਿਊਜ਼ ਨੂੰ ਪੁੱਟ ਅਪ ਕਰਕੇ ਸੋਲਵ ਕਰ ਲਓ। ਇਹ ਟੈਂਜੈਂਟ ਅਲਫਾ ਆ ਜਾਊਗਾ, ਠੀਕ ਹੈ, ਅਲਫਾ ਆ ਜਾਊਗਾ। ਇਹ ਡਾਇਰੈਕਸ਼ਨ ਹੈ, ਇੱਥੋਂ ਆਪਾਂ ਟੈਂਜੈਂਟ ਅਲਫਾ ਦੀ ਵੈਲਿਊ ਤੋਂ ਆਪਾਂ ਕੱਲਾ ਅਲਫਾ ਕੱਢ ਸਕਦੇ ਹਾਂ। ਐਂਗਲ ਆ ਜਾਊਗਾ ਵੀ ਉਹ ਜਿਹੜੀ ਰਿਜ਼ਲਟੈਂਟ ਫੋਰਸ ਹੈ ਉਹ ਐਸ ਐਂਗਲ ਦੇ ਉੱਤੇ ਐਕਟ ਕਰ ਰਹੀ ਹੈ, ਐਨ ਐਂਗਲ ਤੇ ਲੱਗ ਰਹੀ ਹੈ। ਇਹ ਹੈਗਾ ਕਨਸੈਪਟ। ਆਹ ਵਾਲਾ ਕਨਸੈਪਟ ਇਹ ਹੈ ਵੀ ਜਦੋਂ ਇਹ ਆਪਾਂ ਗੱਲ ਜਿਹੜੀ ਕਰ ਰਹੇ ਹਾਂ ਇੱਥੋਂ ਲੈ ਕੇ ਇੱਥੋਂ ਤੱਕ, ਇਹਦਾ ਮਤਲਬ ਇਹ ਹੈ ਵੀ ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਫੋਰਸਿਸ ਲੱਗ ਰਹੀਆਂ ਹੋਣ ਤਾਂ ਉਹਨਾਂ ਦਾ ਨੈਟ ਇਫੈਕਟ ਕੀ ਹੈ, ਉਹਨਾਂ ਦਾ ਰਿਜ਼ਲਟੈਂਟ ਕੀ ਹੈ, ਉਹਦੇ ਬਾਰੇ ਹੈ। ਉਹਨੂੰ ਆਪਾਂ ਬੋਲਦੇ ਹਾਂ ਸੁਪਰਪੋਜੀਸ਼ਨ ਆਫ ਫੋਰਸ, ਠੀਕ ਹੈ ਬੇਟਾ। ਅਪ ਟੂ ਦਿਸ ਯੂ ਡੂ ਟੂਡੇ। ਇਹਨੂੰ ਥੋੜਾ ਜਿਹਾ ਕਰੋ। ਮੈਂ ਤੇ ਨਾ ਪਹਿਲੇ ਵੀ 1 ਘੰਟਾ ਬੋਲ ਚੁੱਕਿਆ, ਠੀਕ ਹੈ, ਔਰ ਉਹ ਵੀਡੀਓ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਸਕਸੈਸਫੁਲ ਨਹੀਂ ਹੋਇਆ।
ਵੱਡੇ ਵੱਡੇ ਫੇਲ ਹੋ ਜਾਂਦੇ ਆ। ਪਿੱਛੇ ਆਪਣਾ ਮੰਗਲਯਾਨ ਵੀ ਥੋੜਾ ਨਹੀਂ ਕਾਮਯਾਬ ਹੋਇਆ ਸੀਗਾ, ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ। ਅਗੇਨ ਟਰਾਈ ਅਗੇਨ ਵਾਲਾ ਕਨਸੈਪਟ ਹੁੰਦਾ ਹੈ। ਤਾਂ ਮੈਂ ਦੁਬਾਰਾ ਫਿਰ ਕੋਸ਼ਿਸ਼ ਕੀਤੀ ਹੈ। ਇੱਕ ਦਿਨ ਪਹਿਲੇ ਵੀ ਮੈਂ ਇਹਦੇ ਤੇ ਬੜਾ ਟਾਈਮ ਲਗਾਇਆ ਸੀਗਾ, ਉਸ ਦਿਨ ਪਤਾ ਨਹੀਂ ਕੀ ਹੋਇਆ, ਸਾਊਂਡ ਹੀ ਰਿਕਾਰਡ ਨਹੀਂ ਹੋਈ। ਅੱਧੇ ਘੰਟੇ ਤੋਂ ਜ਼ਿਆਦਾ ਦਾ ਲੈਕਚਰ ਸੀ, ਘੰਟਾ ਡੇਢ ਘੰਟਾ ਲਗਾਇਆ, ਜਦੋਂ ਬਾਅਦ 'ਚ ਚੈੱਕ ਕੀਤਾ ਉਹ ਇਕੱਲਾ ਵੀਡੀਓ ਆਈ ਜਾਂਦਾ, ਸਾਊਂਡ ਹੈ ਹੀ ਨਹੀਂ ਸੀ, ਤੇ ਤੁਹਾਨੂੰ ਸਮਝ ਨਹੀਂ ਆਉਣਾ ਸੀ, ਤਾਂ ਕਰਕੇ ਮੈਂ ਪੋਸਟ ਨਹੀਂ ਕੀਤਾ। ਠੀਕ ਹੈ, ਚਲੋ ਡੂ ਦਿਸ, ਆਲ ਦਾ ਬੈਸਟ। ਠੀਕ ਹੈ, ਧਿਆਨ ਨਾਲ ਪੜ੍ਹੋ, ਸਮਝ ਕੇ ਕਰਨਾ ਹੈ। ਹਜੇ ਕੋਈ ਜ਼ਰੂਰੀ ਨਹੀਂ ਵੀ ਪਹਿਲੇ ਦਿਨ, ਦੂਜੇ ਦਿਨ, ਤੀਜੇ ਦਿਨ ਸਾਨੂੰ ਸਾਰੀ ਗੱਲ ਦੀ ਸਮਝ ਆ ਜਾਊਗੀ। ਇਟ ਇਜ਼ ਨੋਟ ਲਾਈਕ ਦੈਟ। ਜਿੰਨੀ ਸਮਝ ਆਉਂਦੀ ਹੈ ਇਟ ਇਜ਼ ਗੁੱਡ। 10%, 20%, 30%, 40%, 50%, ਅਪ ਟੂ 100% ਵੀ ਆਰ ਹੈਵਿੰਗ। ਜਿੰਨੀ ਵੀ ਸਮਝ ਆਉਂਦੀ ਹੈ ਇਟ ਇਜ਼ ਗੁੱਡ। ਠੀਕ ਹੈ, ਨਥਿੰਗ ਟੂ ਵਰੀ। ਇਸ ਗੱਲ ਦਾ ਬਿਲਕੁਲ ਵਰੀ ਨਹੀਂ ਕਰਨਾ ਵੀ ਆਹ ਵਿੱਚੋਂ ਪਤਾ ਨਹੀਂ ਲੱਗਿਆ, ਕੋਈ ਇਸ਼ੂ ਨਹੀਂਗਾ। ਹਜੇ ਅਸੀਂ ਸਟਾਰਟ ਹੀ ਕੀਤਾ, ਇਟ ਇਜ਼ ਵੈਰੀ ਮਚ ਬਿਗਨਿੰਗ। ਠੀਕ ਹੈ, ਐਂਡ ਤੁਹਾਡੇ ਮਾਰਕਸ +2 ਜਦੋਂ ਤੁਸੀਂ ਕਰੋਗੇ ਤਾਂ ਉਦੋਂ ਤੱਕ ਹਜੇ ਸਾਡੇ ਕੋਲ 2 ਕੰਪਲੀਟ ਈਅਰਸ ਪਏ ਆ, ਜਦੋਂ ਤੁਸੀਂ ਹਜੇ +2 ਦੇ ਐਗਜ਼ਾਮ ਵਿੱਚ ਅਪੀਅਰ ਹੋਣਾ ਹੈ। ਠੀਕ ਹੈ, ਤਾਂ ਯੂ ਵਿਲ ਬੀ ਅਪੀਅਰਿੰਗ ਇਨ ਯੂਰ +2 ਐਗਜ਼ਾਮ ਇਨ 2022। ਠੀਕ ਹੈ, ਤਾਂ ਹਜੇ 2 ਸਾਲ ਪਏ ਆ, 2 ਸਾਲਾਂ 'ਚ ਅਸੀਂ ਬਹੁਤ ਕੁਝ ਕਰ ਲਾਂਗੇ, ਕੋਈ ਇਸ਼ੂ ਨਹੀਂ ਹੈਗਾ। ਠੀਕ ਹੈ, ਇਸ ਲਈ ਧਿਆਨ ਨਾਲ ਸਿਰਫ ਕੋਸ਼ਿਸ਼ ਹੁਣ ਕੀ ਕਰਨੀ ਹੈ, ਥੋੜਾ ਪੜ੍ਹਨ ਦਾ ਹੈਬਿਟ ਬਣਾਉਣੀ ਹੈ। ਥੋੜਾ ਬਹੁਤਾ ਪੜ੍ਹੋ, ਸਮਝੋ, ਸਮਝਣ ਦੀ ਕੋਸ਼ਿਸ਼ ਕਰੋ, ਕੋਸ਼ਿਸ਼ ਜ਼ਰੂਰ ਕਰੋ, ਪੜ੍ਹੋ ਜ਼ਰੂਰ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਕਾਪੀ ਦੇ ਉੱਤੇ ਲਿਖਿਆ ਕਰੋ। ਕਾਪੀ ਫੇਰ ਲਗਾਉਣ ਦੀ ਲੋੜ ਨਹੀਂ, ਕੋਈ ਇਹ ਨਹੀਂ ਵੀ ਮੈਂ ਚੈੱਕ ਕਰਨੀ ਹੈ ਜਾਂ ਤੁਸੀਂ ਉਹਨੂੰ ਉਵੇਂ ਬਣਾਉਣਾ ਹੈ, ਇੱਦਾਂ ਦਾ ਇਸ਼ੂ ਨਹੀਂ ਹੈਗਾ। ਬਟ ਯੂਜ਼ ਓਨਲੀ 1 ਕਾਪੀ, ਸਪੈਸੀਫਿਕਲੀ ਫਿਜ਼ਿਕਸ ਲਈ ਇੱਕ ਕਾਪੀ ਯੂਜ਼ ਕਰੋ, ਤਾਂ ਕਿ ਤੁਸੀਂ ਜੋ ਲਿਖਦੇ ਹੋ ਤੁਹਾਨੂੰ ਪਤਾ ਹੋਵੇ, ਬਾਅਦ 'ਚ ਵੀ ਤੁਸੀਂ ਦੇਖਣਾ ਹੋਵੇ ਤੁਹਾਨੂੰ ਪਤਾ ਲੱਗ ਜਾਏ ਵੀ ਆਹ ਚੀਜ਼ ਮੈਂ ਲਿਖੀ ਸੀ। ਠੀਕ ਹੈ, ਤੇ ਧਿਆਨ ਨਾਲ ਲਿਖਣਾ ਹੈ। ਜੇ ਕੋਈ ਡਾਊਟ ਹੋਵੇ ਤਾਂ ਮੈਨੂੰ ਦੱਸ ਦੇਣਾ, ਵੀ ਵਿਲ ਡਿਸਕਸ ਇਟ ਅਗੇਨ। ਐਂਡ ਆਲ ਦਾ ਬੈਸਟ, ਹੈਪੀ ਲਰਨਿੰਗ। ਠੀਕ ਹੈ, ਸਾਰੇ ਬਹੁਤ ਵਧੀਆ ਤੁਸੀਂ ਬੜੇ ਵਧੀਆ ਤੁਹਾਡੇ ਮਾਰਕਸ ਤੁਸੀਂ ਲਿਖੇ ਹੋਏ ਆ ਵੀ ਮੇਰੇ 90%, ਮੋਰ ਦੈਨ 80% ਆਉਣਗੇ, ਹੈ ਨਾ। ਹੋਪਫੁਲੀ 10th ਦੇ ਐਗਜ਼ਾਮ ਜਿਹੜੇ ਤੁਹਾਡੇ ਪ੍ਰੀ ਬੋਰਡ ਸੀਗੇ ਤੁਸੀਂ ਉਹਨਾਂ ਦੇ ਲਿਖੇ ਹੋਣਗੇ, ਹੈ ਨਾ, ਇਹ ਵਾਲੇ ਮਾਰਕਸ। ਤਾਂ ਇਟ ਇਜ਼ ਵੈਰੀ ਗੁੱਡ ਕਿ ਯੂ ਆਰ ਗੈਟਿੰਗ ਸੱਚ ਗੁੱਡ ਮਾਰਕਸ। ਤਾਂ ਵੀ ਅਸ਼ੋਰ ਯੂ ਕਿ ਤੁਹਾਡੇ ਜਿਹੜੇ +2 'ਚ ਮਾਰਕਸ ਹੈ ਉਹ ਵੀ ਇਸ ਤੋਂ ਵੀ ਕਿਤੇ ਵਧੀਆ ਆਉਣਗੇ। ਇਫ ਯੂ ਆਰ ਗੈਟਿੰਗ 80%, ਤਾਂ ਇਨ +2 ਯੂ ਵਿਲ ਬੀ ਗੈਟਿੰਗ 90%, ਐਂਡ ਇਫ ਯੂ ਆਰ ਗੈਟਿੰਗ ਨਾਓ 90% ਯੂ ਵਿਲ ਬੀ ਗੈਟਿੰਗ 95+। ਠੀਕ ਹੈ, ਇਹ ਸਾਡੀ ਸ਼ੋਰਟੀ ਹੈ। ਬਟ ਕਰਨਾ ਕੀ ਹੈ, ਸਿਰਫ ਚੀਜ਼ਾਂ ਨੂੰ ਲਰਨ ਕਰਕੇ, ਸਮਝ ਕੇ ਉਹਨਾਂ ਨੂੰ ਲਿਖਣਾ ਹੈ। ਇਹਨੂੰ 2-3 ਵਾਰੀ ਲਿਖੋ, ਇਹਨਾਂ ਸਾਰੇ ਪੁਆਇੰਟਸ ਨੂੰ 2-2, 3-3 ਵਾਰੀ, ਜਿੰਨੀ ਵਾਰੀ ਤੁਹਾਨੂੰ ਲੱਗਦਾ ਹੈ ਵੀ ਮੈਨੂੰ ਹਾਂ ਡਾਊਟ ਹੈ ਹਜੇ, ਉਨੀ ਵਾਰੀ ਲਿਖੋ। ਓਕੇ, ਤਾਂ ਠੀਕ ਹੈ। ਬਾਕੀ ਸਟੇ ਐਟ ਹੋਮ। ਠੀਕ ਹੈ, ਘਰੋਂ ਬਾਹਰ ਨਹੀਂ ਜਾਣਾ, ਬਾਹਰ ਕਰੋਨਾ ਫਿਰਦਾ। ਠੀਕ ਹੈ, ਧਿਆਨ ਰੱਖਣਾ ਹੈ, ਕਿਸੇ ਨੇ ਵੀ ਬਾਹਰ ਨਹੀਂ ਜਾਣਾ ਬੇਟਾ। ਇਹ ਇੱਦਾਂ ਦੀ ਸਥਿਤੀ ਹੈ ਵੀ ਅਸੀਂ ਬੜਾ ਡਰ ਵਾਲਾ ਮਾਹੌਲ ਹੈ। ਠੀਕ ਹੈ, ਪਤਾ ਨਹੀਂ ਚੱਲਦਾ ਕਿਹਨੂੰ ਹੋ ਜਾਂਦਾ। ਪ੍ਰੀਕਾਸ਼ਨਸ ਲੈਣੀਆਂ ਆਪਣੀਆਂ ਪੂਰੀਆਂ, ਸਿਰਫ ਘਰ ਬੈਠ ਕੇ ਪੜ੍ਹਨਾ ਹੈ। ਠੀਕ ਹੈ, ਔਰ ਆਪਣੇ ਹੈਂਡਸ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਹੈ। ਬਾਕੀ ਯੂ ਮਾਈਟ ਬੀ ਨੋਇੰਗ, ਹੈ ਨਾ, ਇਹਨਾਂ ਦੀ ਡਿਫਰੈਂਟ ਜੋ ਪ੍ਰੀਕਾਸ਼ਨਸ ਹੈ ਉਹ ਤੁਹਾਨੂੰ ਦੱਸੀਆਂ ਹੋਈਆਂ ਪਹਿਲੇ ਵੀ। ਬਾਕੀ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ। ਓਕੇ, ਆਲ ਦਾ ਬੈਸਟ ਐਂਡ ਹੈਪੀ ਲਰਨਿੰਗ। ਓਕੇ, ਬੈਸਟ ਆਫ ਲੱਕ, ਬਾਏ।